ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਸਹਿਤ ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਯਤਨ ਕਰ ਰਹੇ ਹਾਂ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਸਤਿਗੁਰੂ ਜੀ ਦੇ ਪਾਵਨ ਸ਼ਲੋਕ, ਜਿਨ੍ਹਾਂ ਦੀ ਆਪਾਂ ਲੜੀਵਾਰ ਕਥਾ ਵਿਚਾਰ ਗੁਰੂ ਉਪਦੇਸ਼ ਨੂੰ ਸਮਝਣ ਦਾ, ਵਿਚਾਰਨ ਦਾ ਇਹ ਯਤਨ ਕਰਦੇ ਹਾਂ। ਆਪ ਜੀ ਨੇ ਪਿਛਲੇ ਸ਼ਲੋਕਾਂ ਵਿੱਚ, ਜੋ ਕੱਲ੍ਹ ਦੇ ਦੀਵਾਨ ਵਿੱਚ ਆਪਾਂ 4 ਸ਼ਲੋਕਾਂ ਦੀ ਵਿਚਾਰ ਸਾਂਝੀ ਕੀਤੀ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਬੜੀ ਬਾਕਮਾਲ ਉਦਾਹਰਣ ਦੇ ਕੇ ਸਮਝਾਇਆ। ਜਿਵੇਂ ਕਿਸੇ ਕੰਧ ਦੇ ਉੱਤੇ ਰੰਗਾਂ ਦੇ ਨਾਲ ਤਸਵੀਰ ਉੱਕਰ ਦਿੱਤੀ ਜਾਏ, ਚਿੱਤਰ ਬਣਾ ਦਿੱਤਾ ਜਾਏ, ਤੇ ਉਹ ਕੰਧ ਦਾ ਹੀ ਹਿੱਸਾ ਹੋ ਜਾਂਦਾ ਹੈ, ਕੰਧ ਦਾ ਹੀ ਅੰਗ, ਅਭਿੰਨ ਅੰਗ ਬਣ ਜਾਂਦਾ ਹੈ। ਉਸ ਨੂੰ ਅਲੱਗਾ ਨਹੀਂ ਸਮਝਿਆ ਜਾਂਦਾ, ਉਹ ਚਿੱਤਰ ਕੰਧ ਦਾ ਹੀ ਭਾਗ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਮਾਇਆ ਦਾ ਪਦਾਰਥਕ ਛਲ, ਕਪਟ, ਧੋਖਾ, ਫਰੇਬ, ਵਿਖਾਵਾ ਇਤਿਆਦਿਕ ਕਰਦਿਆਂ ਕਰਦਿਆਂ ਮਨ ਇਸੇ ਚੀਜ਼ ਦਾ ਹੀ ਰੂਪ ਹੋ ਗਿਆ ਹੈ। ਜਿਵੇਂ ਇੱਕ ਉਦਾਹਰਣ ਨੂੰ ਸਮਝ ਲਈਏ, ਕੋਈ ਮਨੁੱਖ ਬੇਬਹਾ ਝੂਠ ਬੋਲਦਾ ਹੋਵੇ, ਹਰ ਵੇਲੇ ਹਰ ਘੜੀ ਜਿਸ ਨੂੰ ਵੀ ਮਿਲੇ ਉਸ ਨੂੰ ਮੂਰਖ ਬਣਾਉਣ ਲਈ ਉਹ ਝੂਠ ਬੋਲੇ, ਹਰ ਵਕਤ ਹੀ ਗੱਲ ਕਰੇ, ਤੇ ਫਿਰ ਉਸ ਮਨੁੱਖ ਦੀ ਪਛਾਣ ਕੀ ਬਣ ਜਾਂਦੀ ਹੈ? ਜਦੋਂ ਵੀ ਉਸ ਦਾ ਨਾਮ ਜ਼ਬਾਨ ਤੇ ਆਏ, ਕੋਈ ਨਾਮ ਲਵੇ, ਆਪਾਂ ਕਹਿੰਦੇ ਉਹ ਤਾਂ ਸਿਰੇ ਦਾ ਝੂਠ ਹੈ, ਆਪਾਂ ਆਖਦੇ ਹਾਂ ਮਕਾਰ ਹੈ। ਜਿਹੜਾ ਮਨੁੱਖ ਬੇਈਮਾਨੀਦਾਰ ਬੇਈਮਾਨੀ ਕਰਦਾ ਰਹੇ, ਹਰ ਵੇਲੇ ਹੀ ਇਸ ਤਰ੍ਹਾਂ ਕਰੇ, ਆਪਾਂ ਉਸ ਨੂੰ ਕਹਿੰਦੇ ਉਹ ਤਾਂ ਬੇਈਮਾਨ ਹੈ। ਉਹਦੀ ਪਛਾਣ ਉਹ ਚੀਜ਼ ਹੀ ਬਣ ਗਈ। ਤੇ ਜੇ ਕੋਈ ਸਾਨੂੰ ਆਖੇ ਵੀ ਨਾ ਵੀ ਨਹੀਂ, ਮੈਨੂੰ ਤਾਂ ਬੜਾ ਚੰਗੇ ਢੰਗ ਨਾਲ, ਅਸੀਂ ਕਹਿੰਦੇ ਨਹੀਂ, ਇਹ ਹੋ ਹੀ ਨਹੀਂ ਸਕਦਾ। ਉਹ ਤੇ ਉਹਦਾ ਕਰਮ ਇੱਕ ਹੋ ਗਿਆ, ਉਹ ਕਰਮ ਹੀ ਉਹਦੀ ਪਛਾਣ ਬਣ ਗਿਆ, ਉਹ ਕਰਮ ਹੀ ਉਹਦੀ ਆਇਡੈਂਟੀਟੀ ਬਣ ਗਿਆ। ਸੰਸਾਰ ਵਿੱਚ ਅਸੀਂ ਇਤਿਹਾਸ ਨੂੰ ਪੜ੍ਹੀਏ ਤੇ ਇਤਿਹਾਸ ਪੜ੍ਹਦਿਆਂ ਹੋਇਆਂ ਕੁਝ ਲੋਕਾਂ ਨੂੰ ਆਪਾਂ ਜਾਣਦੇ ਹਾਂ, ਉਹਨਾਂ ਦੀ ਪਛਾਣ ਜ਼ੁਲਮ ਕਰਕੇ ਬਣੀ ਹੈ। ਜਦੋਂ ਤੁਸੀਂ ਜ਼ਕਰੀਆ ਖਾਨ ਦਾ ਨਾਂ ਲੈਂਦੇ ਹੋ ਤੇ ਤੁਹਾਡੀ ਜ਼ਿਹਨ ਵਿੱਚ, ਤੁਹਾਡੇ ਦਿਮਾਗ ਜਾਂ ਸੁਰਤ ਵਿੱਚ ਕਿਸੇ ਐਸੇ ਬੰਦੇ ਦੀ ਪਛਾਣ ਥੋੜ੍ਹੀ ਬਣਦੀ ਹੈ ਵੀ ਬੜਾ ਦਾਨੀ, ਬੜਾ ਸਖੀ, ਬੜਾ ਭਲਾ, ਬੜਾ ਮਿੱਠ ਬੋਲੜਾ। ਨਹੀਂ। ਜਦੋਂ ਅਸੀਂ ਭਾਈ ਤਾਰੂ ਸਿੰਘ ਜੀ ਦਾ ਨਾਂ ਲੈਂਦੇ ਹਾਂ ਤੇ ਸਾਡੇ ਅੰਦਰ ਕਿਹੜਾ ਖਿਆਲ ਆਉਂਦਾ ਹੈ? ਉਹਨਾਂ ਦਾ ਨਾਂ ਲੈਂਦੇ ਹਾਂ, ਉਹਨਾਂ ਦੀ ਪਛਾਣ ਕੀ ਬਣਦੀ ਹੈ ਸਾਡੀ ਸੁਰਤ ਵਿੱਚ? ਗੁਰੂ ਨੂੰ ਮੰਨਣ ਵਾਲਾ, ਸਖੀ, ਦਾਨੀ ਸੁਭਾਅ ਦਾ, ਪਰਉਪਕਾਰੀ, ਮਿੱਠ ਬੋਲੜਾ, ਭਗਤ। ਬਾਬਾ ਸ਼ੇਖ ਫਰੀਦ ਸਾਹਿਬ ਦਾ ਨਾਮ ਜਿਸ ਵੇਲੇ ਅਸੀਂ ਲੈਂਦੇ ਹਾਂ ਜਾਂ ਉਹਨਾਂ ਦਾ ਜ਼ਿਕਰ ਚੱਲਦਾ ਕਿਤੇ, ਤਾਂ ਉਹਨਾਂ ਦੀ ਜਿਹੜੀ ਤਸਵੀਰ, ਜਿਹੜੀ ਇਮੇਜ ਸਾਡੇ ਦਿਮਾਗ ਵਿੱਚ ਆਉਂਦੀ ਹੈ, ਉਹਨਾਂ ਦੀ ਬਾਣੀ ਨੂੰ ਪੜ੍ਹ ਕੇ। ਹੁਣ ਉਹਨਾਂ ਦੀ ਬਾਣੀ ਨੂੰ ਪੜ੍ਹੀਏ ਤੇ ਉਹਨਾਂ ਦੀ ਬਾਣੀ ਨੂੰ ਪੜ੍ਹ ਕੇ ਜਾਂ ਉਹਨਾਂ ਦੇ ਜੀਵਨ ਦੀਆਂ ਗੱਲਾਂ ਕਰਕੇ ਸਾਡੇ ਅੰਦਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਜਿਹੜਾ ਬਿੰਬ ਬਣਦਾ ਹੈ, ਤਸਵੀਰ ਬਣਦੀ, ਉਹ ਕੈਸੀ ਬਣਦੀ? ਇੱਕ ਮਿੱਠ ਬੋਲੜੇ, ਅੱਲਾਹ ਨੂੰ ਪਿਆਰ ਕਰਨ ਵਾਲੇ, ਮਖਲੂਕ ਖਲਕਤ ਨੂੰ ਪਿਆਰ ਕਰਨ ਵਾਲੇ, ਬੜੇ ਸਾਦੇ ਜੀਵਨ ਵਾਲੇ, ਬੜੇ ਦਾਨੀ, ਸਖੀ, ਨੇਕ, ਧਰਮਾਤਮਾ। ਉਹ ਸ਼ੁਭ ਗੁਣ ਤੇ ਫਰੀਦ ਸਾਹਿਬ ਦੋ ਨਹੀਂ ਹੋਏ, ਇੱਕ ਹੋ ਗਏ। ਤੁਸੀਂ ਚਾਹੇ ਚੰਗੇ ਗੁਣਾਂ ਦੀ ਗੱਲ ਕਰ ਲਓ ਤੇ ਚਾਹੇ ਬਾਬਾ ਸ਼ੇਖ ਫਰੀਦ ਸਾਹਿਬ ਦੇ ਜੀਵਨ ਦੀ ਗੱਲ ਕਰ ਲਓ, ਇੱਕੋ ਹੀ ਗੱਲ ਹੈ। ਉਹ ਅੱਡ-ਅੱਡ ਗੱਲ, ਧਰਮ ਦੀ ਗੱਲ ਕਰਨੀ ਤੇ ਗੁਰੂ ਨਾਨਕ ਦੀ ਗੱਲ ਕਰਨੀ, ਦੋ ਵੱਖ-ਵੱਖ ਗੱਲਾਂ ਨਹੀਂ ਰਹੀਆਂ, ਇੱਕੋ ਹੀ ਗੱਲ ਹੈ। ਗੁਰੂ ਨਾਨਕ ਧਰਮ ਦੀ ਤਸਵੀਰ ਨੇ,
ਗੁਰੂ ਨਾਨਕ ਮਹਾਰਾਜ ਧਰਮ ਦਾ ਬਿੰਬ ਨੇ, ਗੁਰੂ ਨਾਨਕ ਸਾਹਿਬ ਧਰਮ ਦਾ ਧਵਜ ਨੇ, ਝੂਲਦਾ ਹੋਇਆ ਨਿਸ਼ਾਨ। ਗੁਰੂ ਨਾਨਕ ਮਹਾਰਾਜ ਦਾ ਜ਼ਿਕਰ ਕਰਨਾ ਹੀ ਧਰਮ ਦਾ ਜ਼ਿਕਰ ਕਰਨਾ। ਔਰ ਧਰਮ ਦੀ ਗੱਲ ਕਰਦਿਆਂ ਐਗਜ਼ੈਂਪਲ, ਉਦਾਹਰਣ ਕਿਹੜੀ ਲਈ ਜਾਂਦੀ ਹੈ? ਗੁਰੂ ਨਾਨਕ ਸਾਹਿਬ ਦੀ। ਜਾਨੀ ਕਿ ਹੁਣ ਤੁਸੀਂ ਵੇਖੋ, ਕਿਸੇ ਨੇ ਧਰਮ ਨੂੰ, ਸੱਚ ਨੂੰ ਜੀਵਨ ਵਿੱਚ ਇੰਨਾ ਕਮਾਇਆ ਕਿ ਉਹਦਾ ਨਾਮ ਹੀ ਧਰਮ ਨਾਲ ਇੱਕ ਸੁਰ ਹੋ ਗਿਆ। ਉਹਦੀ ਆਇਡੈਂਟਿਟੀ ਤੇ ਧਰਮ ਦੋ ਵੱਖਰੀਆਂ ਵੱਖਰੀਆਂ ਗੱਲਾਂ ਨਹੀਂ ਰਹੀਆਂ। ਤੇ ਕੋਈ ਸੰਸਾਰ 'ਚ ਐਸਾ ਜਿਹੜਾ ਔਗਣ ਕਮਾਉਂਦਾ, ਉਹਦੇ ਔਗਣ ਤੇ ਉਹਦਾ ਜੀਵਨ ਮਿਕਸ ਅਪ, ਇੱਕ ਸੁਰ ਹੋ ਜਾਂਦੇ ਨੇ, ਰਲ ਜਾਂਦੇ ਨੇ, ਰਿਲੇਟਡ ਹੋ ਜਾਂਦੇ ਨੇ। ਉਹ ਫਿਰ ਦੋ ਵੱਖਰੀਆਂ ਵੱਖਰੀਆਂ ਗੱਲਾਂ ਨੇ। ਸਤਿਗੁਰੂ ਕਹਿੰਦੇ ਜਿਵੇਂ ਕੰਧ ਦੇ ਉੱਤੇ ਚਿੱਤਰ ਉਕਰ ਦਿੱਤਾ ਹੋਵੇ ਨਾ, ਤੇ ਉਹ ਕੰਧ ਦਾ ਹੀ ਭਾਗ ਬਣ ਜਾਂਦਾ ਹੈ, ਤੇ ਉਹ ਪਛਾਣ ਬਣ ਜਾਂਦੀ ਸੀ ਕਿਸੇ ਢੰਗ ਨਾਲ। ਤੇ ਨਾਲ ਹੀ ਸਤਿਗੁਰੂ ਨੇ ਕਿਹਾ, ਮਨੁੱਖ ਕਰਦਾ ਤੇ ਠਗੌਰੀਆਂ ਹੈ, ਪਰ ਚਾਹੁੰਦਾ ਹੈ ਵੀ ਇਹਦੇ ਵਿੱਚੋਂ ਸੁੱਖ ਮਿਲੇ, ਆਨੰਦ ਮਿਲੇ, ਸਹਿਜ ਮਿਲੇ, ਪਰ ਐਸਾ ਹੋ ਨਹੀਂ ਸਕਦਾ, ਕਿਉਂਕਿ ਜੀਵ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਸਮਝਦਾ। ਵੀ ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਐ ਕਿਸੇ ਦੇ ਥਾਂ। ਫਿਰ ਹਜ਼ੂਰ ਕਹਿੰਦੇ ਨੇ ਯਤਨ ਸੁੱਖ ਲਈ ਹੁੰਦੇ ਨੇ, ਦੁੱਖ ਜੀਵਨ ਵਿੱਚ ਪ੍ਰਵੇਸ਼ ਕਰਦਾ ਹੈ। ਨਾਲ ਹੀ ਇਹ ਵੀ ਕਿਹਾ ਵੀ ਸਾਰਾ ਜਗਤ ਭਿਖਾਰੀ ਵੱਤ ਹੈ, ਭਟਕ ਰਿਹਾ ਹੈ, ਪਰ ਇੱਕੋ ਹੀ ਦਾਤਾ ਹੈ ਜੋ ਸਭਨਾਂ ਨੂੰ ਦਾਤਾਂ ਦੇ ਕੇ ਨਿਵਾਜਦਾ। ਇਸ ਤੋਂ ਅਗਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ 41 ਨੰਬਰ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਝੂਠੈ ਮਾਨ ਕਹਾ ਕਰੈ, ਜਗ ਸੁਪਨੇ ਜਿਉ ਜਾਨ, ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਝੂਠੇ ਮਾਨ ਦਾ ਭਾਵ ਇਹ ਨਹੀਂ ਹੈ ਕਿ ਕੋਈ ਮਾਨ ਸੱਚਾ ਵੀ ਹੁੰਦਾ ਹੈ। ਝੂਠੇ ਮਾਨ ਦਾ ਮਤਲਬ ਹੈ ਝੂਠੇ ਪਦਾਰਥਾਂ ਦਾ ਗਰੂਰ ਕਿਉਂ ਕਰਦਾ ਹੈ। ਝੂਠੇ ਪਦਾਰਥ ਦਾ ਮਤਲਬ ਜਿਹੜੀ ਚੀਜ਼ ਅੱਜ ਹੈ ਕੱਲ ਨਹੀਂ ਹੋਏਗੀ। ਸਤਿਗੁਰੂ ਨੇ ਨਾਸ਼ਵੰਤ ਪਦਾਰਥ ਲਈ ਜਿਹੜਾ ਸ਼ਬਦ ਵਰਤਿਆ ਬਾਣੀ 'ਚੋਂ, ਝੂਠ ਵਰਤਿਆ ਜਾਂ ਕੂੜ ਵਰਤਿਆ। ਆਸਾ ਦੀ ਵਾਰ ਵਿੱਚ ਆਪਾਂ ਪੜ੍ਹਦੇ ਹਾਂ, ਕੂੜ ਰਾਜਾ। ਕੋਈ ਹੋ ਸਕਦਾ ਕਿਸੇ ਜਗ੍ਹਾ ਦਾ ਰਾਜਾ ਸੱਚ ਵੀ ਬੋਲਦਾ ਹੋਵੇ, ਪਰ ਇੱਥੇ ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਜਿਹੜਾ ਵੀ ਰਾਜਾ ਬਣੇਗਾ ਜਾਂ ਬਣਿਆ ਜਾਂ ਬਣ ਰਿਹਾ ਜਾਂ ਕੋਈ, ਉਹ ਝੂਠੇ ਹੀ ਹੋਣਗੇ। ਰਾਜਾ ਮਤਲਬ ਝੂਠਾ, ਐਸਾ ਨਹੀਂ ਹੈ। ਕੂੜ ਪਰਜਾ, ਹੁਣ ਪਰਜਾ 'ਚ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ, ਸੱਚ ਬੋਲਣ ਵਾਲੇ ਵੀ ਹੁੰਦੇ ਨੇ, ਝੂਠ ਵਾਲੇ ਵੀ ਹੁੰਦੇ ਨੇ, ਨੇਕ ਕਮਾਈ ਕਰਨ ਵਾਲੇ ਵੀ ਹੁੰਦੇ ਨੇ, ਲੁੱਟ ਕਰਨ ਵਾਲੇ, ਹਰ ਤਰ੍ਹਾਂ ਦੀ ਪਰਜਾ 'ਚ। ਪਰਜਾ ਮਤਲਬ ਕਿਸੇ ਦੇਸ਼ ਦੇ ਬਾਸ਼ਿੰਦੇ, ਕਿਸੇ ਸਟੇਟ, ਕਿਸੇ ਮੁਲਕ ਵਿੱਚ ਰਹਿਣ ਵਾਲੇ ਲੋਕ, ਸਾਰੇ ਇੱਕੋ ਜਿਹੇ ਥੋੜ੍ਹਾ ਹੁੰਦੇ ਨੇ। ਕੋਈ ਕਹਿ ਸਕਦਾ ਵੇਖੋ ਮਹਾਰਾਜ ਨੇ ਨਾ ਕਿਸੇ ਰਾਜੇ ਨੂੰ ਸੱਚਾ ਕਿਹਾ, ਨਾ ਪਰਜਾ ਨੂੰ ਸੱਚਾ, ਮਤਲਬ ਗੁਰੂ ਨਾਨਕ ਸਾਹਿਬ ਮਹਾਰਾਜ ਸਭਨਾਂ ਨੂੰ ਝੂਠੇ ਹੀ ਕਹਿ ਰਹੇ। ਨਹੀਂ, ਐਸਾ ਨਹੀਂ। ਇੱਥੇ ਕੂੜ ਸ਼ਬਦ ਦਾ ਮਤਲਬ ਹੈ ਖਤਮ ਹੋ ਜਾਣ ਵਾਲੀ ਚੀਜ਼, ਨਾਸ਼ਵੰਤ, ਜੋ ਅੱਜ ਹੈ ਕੱਲ ਨਹੀਂ ਹੈ, ਜੋ ਕੱਲ ਸੀ ਅੱਜ ਨਹੀਂ ਰਹੀ, ਕੱਲ ਹੋਏਗੀ ਪਰਸੋਂ ਨਹੀਂ। ਜਾਨੀ ਕਿ ਜਿਹੜੀ ਹਰ ਸਮੇਂ ਵਿੱਚ ਇੱਕੋ ਜਿਹੀ ਨਹੀਂ, ਹਰ ਸਮੇਂ ਵਿੱਚ ਕਾਇਮ ਨਹੀਂ, ਉਹ ਕੂੜ ਹੈ ਜਾਂ ਉਹ ਝੂਠ ਹੈ। ਤੋ ਸਤਿਗੁਰੂ ਮਹਾਰਾਜ ਇੱਥੇ ਕੀ ਆਖਦੇ ਨੇ, ਝੂਠੈ ਮਾਨ ਕਹਾ ਕਰੈ, ਨਾਸ਼ਵੰਤ ਖਤਮ ਹੋ ਜਾਣ ਵਾਲੇ ਪਦਾਰਥਾਂ ਦਾ ਕੀ ਗਰੂਰ ਕਰਦਾ ਹੈ, ਕਾਹਦਾ ਮਾਣ ਕਰਦਾ ਹੈ। ਮਾਣ ਇੱਥੇ ਪ੍ਰਾਊਡ ਨਹੀਂ, ਈਗੋ, ਹੰਕਾਰ, ਗਰੂਰ। ਯਥਾ ਸਾਹਿਬ ਨੇ ਬਾਣੀ ਵਿੱਚ ਕਿਹਾ ਨਾ, ਕਹਾ ਨਰ ਗਰਬਸ ਥੋੜੀ ਬਾਤ। ਸਾਨੂੰ ਲੱਗਦਾ ਵੱਡੀ ਗੱਲ ਹੈ, ਗੁਰੂ ਸਾਹਿਬ ਕਹਿੰਦੇ ਬੜੀ ਨਾਰਮਲ ਗੱਲ ਹੈ, ਇਹਦੇ 'ਚ ਕੋਈ ਵੱਡਾ ਇਸ਼ੂ ਨਹੀਂ। ਜਿਨ੍ਹਾਂ ਨੂੰ ਤੂੰ ਵੱਡੀਆਂ ਗੱਲਾਂ ਮੰਨ ਲੈਣਾ, ਏਡੀਆਂ ਵੱਡੀਆਂ ਵੀ ਨਹੀਂ ਹੁੰਦੀਆਂ। ਹਾਂ, ਤੇਰੇ ਜੀਵਨ ਦੇ ਮਿਆਰ ਦੇ ਹਿਸਾਬ ਨਾਲ ਵੱਡੀਆਂ ਹੋ ਸਕਦੀਆਂ ਨੇ, ਪਰ ਕੁਦਰਤੀ ਵਰਤਾਰੇ ਦੇ ਹਿਸਾਬ ਨਾਲ ਉਹ ਵੱਡੀਆਂ ਨਹੀਂ ਹਨ। ਤੇਰੇ ਲਈ ਕੀ ਵੱਡੀ ਚੀਜ਼ ਹੈ? ਸਤਿਗੁਰੂ ਕਹਿੰਦੇ ਕਹਾ ਨਰ ਗਰਬਸ ਥੋੜੀ ਬਾਤ, ਮਨ ਦਸ ਨਾਜ। ਕੋਈ 10 ਮਣ ਨਾਜ ਤੇਰੇ ਪੱਲੇ, ਭਾਵ ਕੋਈ ਅੰਨ ਦਾ ਭੰਡਾਰ, ਸਟੋਰੀ ਤੇਰੇ ਕੋਲ ਹੋਏਗੀ, ਤੂੰ ਤਾਂ ਮਾਲਕ ਹੋਏਗਾ। ਟਕਾ 4 ਗਾਂਠੀ, 4 ਟਕੇ ਤੇਰੇ ਪੱਲੇ ਹੋਣਗੇ, ਐਂਡੋ ਟੇਢੋ ਜਾਤ। ਇਹਨਾਂ ਗੱਲਾਂ ਦੇ ਸਿਰ ਦੇ ਉੱਤੇ ਟੇਢਾ ਹੋ ਕੇ ਚੱਲਦਾ ਹੈ, ਭਾਵ ਹੰਕਾਰ ਵਿੱਚ ਝੂਲਦਾ ਹੈ, ਹੰਕਾਰ ਵਿੱਚ ਵਿਹਾਰ ਕਰਦਾ ਵੀ ਮੇਰੇ ਕੋਲ ਦੌਲਤ ਹੈ, ਮੇਰੇ ਕੋਲ ਬਹੁਤ ਕੁਝ ਹੈ। ਇਹਨਾਂ ਗੱਲਾਂ ਤੇ ਤੂੰ ਤਾਂ ਐਵੇਂ ਸੋਚਦਾ ਵੀ ਜਿਵੇਂ ਤੇਰੇ ਤੋਂ ਬਿਨਾਂ ਕਿਸੇ ਕੋਲੇ ਚੀਜ਼ ਹੈ ਨਹੀਂ, ਜਾਂ ਹੈ ਨਹੀਂ ਸੀ, ਜਾਂ ਹੋਏਗੀ ਨਹੀਂ। ਨਹੀਂ, ਇਹ ਤੇਰਾ ਭਰਮ ਹੈ। ਪਹਿਲਾਂ ਵੀ ਬੜੇ ਸਨ ਜਿਹੜੇ ਤੇਰੇ ਤੋਂ ਵੀ ਦੌਲਤਮੰਦ ਆਏ, ਅੱਜ ਵੀ ਹਨ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ।
तेरे मगरों भी होणगे। बहुत प्रताप गाँव स्यों पाए 2 लख टका बरात। दिवस 4 की करो साहिबी जैसे बान हार पात। एक रुख के उत्ते ਕਰੂੰਬੜ ਫੁੱਟਦੀ ਹੈ, ਫਿਰ ਉਹ ਹਰਾ ਪੱਤਾ ਬਣਦੀ ਹੈ, ਫਿਰ ਉਹ ਪੱਤਾ ਪਤਝੜ ਦੇ ਮੌਸਮ ਵਿੱਚ ਸੁੱਕ ਕੇ ਟੁੱਟ ਕੇ ਡਿੱਗ ਪੈਂਦਾ ਤੇ ਜ਼ਮੀਨ ਵਿੱਚ ਖਾਕ ਹੋ ਜਾਂਦਾ ਹੈ, ਮਿੱਟੀ ਵਿੱਚ। ਫਿਰ ਨਵੇਂ ਕਰੂੰਬੜਾਂ ਤੇ ਨਵੇਂ ਪੱਤੇ ਆ ਜਾਂਦੇ। ਇਹ ਪ੍ਰੋਸੈਸ ਚੱਲਦਾ ਹੀ ਰਹਿੰਦਾ ਹੈ ਨਾ। ਸਤਿਗੁਰੂ ਨੇ ਉਦਾਹਰਨ ਵਰਤੀ, ਕਹਿਣ ਲੱਗੇ ਦਿਵਸ 4 ਕੀ ਕਰੋ ਸਾਹਿਬੀ ਜੈਸੇ ਬਨ ਹਰ। ਇਹ ਵੀ ਇੱਕ ਪ੍ਰੋਸੈਸ ਹੈ ਕੁਦਰਤ ਦਾ। ਪਹਿਲਾਂ ਕੋਈ ਸੀ, ਅੱਜ ਤੂੰ ਹੈ, ਕੱਲ ਕੋਈ ਹੋਏਗਾ। ਇਸ ਨੂੰ ਕਹਿੰਦੇ ਬਾਬਾ ਸ਼ੇਖ ਫਰੀਦ ਸਾਹਿਬ ਨੇ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਮੈਂ ਪਹਿਲਾ ਨਹੀਂ ਹਾਂ, ਨਾ ਮੈਂ ਆਖਰੀ ਹਾਂ। ਮੇਰੇ ਤੋਂ ਪਹਿਲਾਂ ਵੀ ਬਹੁਤ ਸਨ ਤੇ ਮੇਰੇ ਤੋਂ ਮਗਰੋਂ ਵੀ ਬਹੁਤ ਹੋਣਗੇ। ਅਸੀਂ ਇੱਕ ਕਤਾਰ ਵਿੱਚ ਹਾਂ, ਅਸੀਂ ਇੱਕ ਚੱਲਦੇ ਵਹਿਣ ਵਿੱਚ ਹਾਂ। ਇਸ ਲਈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਐਸੇ ਨਾਸ਼ਵੰਤ ਪਦਾਰਥਾਂ ਦਾ ਮਾਣ ਗੁਰੂਰ ਕਿਸ ਕਰਕੇ ਕਰਦਾ? ਤੂੰ ਇਹਨਾਂ ਨੂੰ ਖਰਚ ਸਕਦਾ ਹੈ, ਵਰਤ ਸਕਦਾ ਹੈ, ਹੰਢਾ ਸਕਦਾ ਹੈ, ਇਹਨਾਂ ਦਾ ਆਨੰਦ ਲੈ ਸਕਦਾ ਹੈ, ਪਰ ਇਹਨਾਂ ਦਾ ਗਰੂਰ ਨਾ ਕਰ। ਸਾਹਿਬ ਸਤਿਗੁਰੂ ਆਖਦੇ, ਝੂਠਾ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ। ਸੰਸਾਰ ਨੂੰ ਸੁਪਨੇ ਦੀ ਨਿਆਈ ਸਮਝ ਵੀ ਇੱਕ ਨੀਂਦ ਵਿੱਚ ਚੱਲਦਾ ਹੋਇਆ ਦ੍ਰਿਸ਼ ਹੈ ਤੇਰੇ ਦਿਮਾਗ ਵਿੱਚ, ਤੇਰੇ ਚਿੰਤਨ ਵਿੱਚ, ਤੇਰੇ ਮਨ ਵਿੱਚ। ਜਾਗ ਆਏਗੀ ਤੇ ਖੁੱਲ ਜਾਏਗਾ, ਟੁੱਟ ਜਾਏਗਾ ਇਹ ਸੁਪਨਾ। ਤੇ ਸਤਿਗੁਰੂ ਆਖਦੇ ਨੇ, ਇਨਮੈ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਮੈਂ ਵਖਿਆਨ ਕਰਕੇ, ਕਹਿ ਕੇ ਦੱਸ ਰਿਹਾ ਹਾਂ ਤੈਨੂੰ, ਸਮਝਾ ਰਿਹਾ ਹਾਂ ਤੈਨੂੰ, ਇਹਦੇ ਵਿੱਚੋਂ ਕੁਝ ਵੀ ਐਸਾ ਨਹੀਂ ਜਿਹੜਾ ਪਰਮਾਨੈਂਟਲੀ ਤੇਰਾ ਹੋਵੇ। ਅੱਜ ਹੈ ਕੰਟਰੋਲ ਤੇਰਾ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਪਰਮਾਨੈਂਟਲੀ ਨਾ ਇਹ ਕੰਟਰੋਲ ਰਹਿਣਾ ਤੇ ਨਾ ਤੂੰ ਰਹਿਣਾ, ਤੇ ਨਾ ਹੀ ਇਹ ਪਦਾਰਥ। ਕਿਤੇ ਪਦਾਰਥ ਪਹਿਲਾਂ ਖਤਮ ਹੋ ਜਾਂਦਾ, ਕਿਤੇ ਕਿਸੇ ਦਾ ਕੰਟਰੋਲ ਖਤਮ ਹੋ ਜਾਂਦਾ, ਤੇ ਕੋਈ ਕੰਟਰੋਲ ਕਰਨ ਵਾਲਾ ਹੀ ਖਤਮ ਹੋ ਜਾਂਦਾ। ਐਸਾ ਵੀ ਵਾਪਰਦਾ। ਕਿਤੇ ਪਦਾਰਥ ਹੀ ਨਹੀਂ ਰਹਿੰਦਾ ਜਿਹਦੇ 'ਚ ਸਾਡਾ ਕੰਟਰੋਲ ਹੋਵੇ। ਕੰਟਰੋਲ ਕਰਨ ਵਾਲਾ ਵੀ ਹੁੰਦਾ ਹੈ, ਕੰਟਰੋਲ ਕਰਨ ਦੀ ਤਾਕਤ ਵੀ ਹੁੰਦੀ, ਪਰ ਅੱਗੇ ਹੈ ਕੱਖ ਨਹੀਂ। ਐਸੇ ਵੀ ਸੰਸਾਰ 'ਚ ਬੰਦੇ ਵੇਖੇ ਨਾ, ਵੱਡੇ ਵੱਡੇ ਉਹਨਾਂ ਦੇ ਕੋਲ ਬਿਜ਼ਨਸ ਅੰਪਾਇਰ ਸਨ, ਤਾਕਤ ਸੀ, ਪਦਵੀ ਸੀ, ਪਰ ਨਹੀਂ ਰਿਹਾ ਮੌਕੇ ਦੇ ਉੱਤੇ, ਖਤਮ ਹੋ ਗਿਆ। ਹੁਣ ਬੰਦਾ ਵੀ ਮੌਜੂਦ ਹੈ, ਉਹ ਕੰਟਰੋਲ ਵੀ ਕਰ ਸਕਦਾ, ਪਰ ਹੈ ਕੱਖ ਨਹੀਂ ਅੱਗੇ। ਕਿਤੇ ਐਸਾ ਹੋਇਆ ਵੀ ਵਸਤੂ ਸੀ, ਪਦਾਰਥ ਸੀ, ਕੰਟਰੋਲ ਕਰਨ ਵਾਲਾ ਵੀ ਸੀ, ਪਰ ਕੋਈ ਤਕੜਾ ਆਇਆ ਤੇ ਉਹਨੇ ਕੰਟਰੋਲ ਲੈ ਲਿਆ। ਤੇ ਕਿਤੇ ਐਸਾ ਵਾਪਰਿਆ ਵੀ ਬੰਦਾ ਲਾਇਕ ਸੀ, ਯੋਗ ਸੀ, ਪਰ ਉਹ ਖੁਦ ਹੀ ਨਹੀਂ ਰਿਹਾ। ਉਹ ਪਦਾਰਥ ਤੋਂ ਪਹਿਲਾਂ ਹੀ ਚੱਲ ਵਸੇ। ਕੋਈ ਨਵਾਂ ਕੰਟਰੋਲ ਲੈਂਦਾ ਇਸ ਤੋਂ ਪਹਿਲਾਂ ਹੀ ਤੁਰ ਗਿਆ ਦੁਨੀਆ ਤੋਂ। ਕੁਝ ਵੀ ਵਾਪਰ ਸਕਦਾ। ਇਸੇ ਨੂੰ ਗੁਰੂ ਸਾਹਿਬ ਕਹਿੰਦੇ ਪਰਮਾਨੈਂਟਲੀ, ਸਦੀਵ ਕਾਲ, ਹਰ ਵਕਤ ਰਹਿਣ ਵਾਲਾ ਕੁਝ ਵੀ ਨਹੀਂ ਹੈ। ਕਿਤੇ ਪਦਾਰਥ, ਕਿਤੇ ਕੰਟਰੋਲ ਨਹੀਂ ਰਹੇਗਾ, ਕਿਤੇ ਕੰਟਰੋਲ ਕਰਨ ਵਾਲਾ ਨਹੀਂ ਰਹੇਗਾ। ਇਹ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ। ਇਸ ਕਰਕੇ ਸਤਿਗੁਰੂ ਕਹਿੰਦੇ, ਇਨਮੈ ਕਛ ਤੇਰੋ ਨਹੀਂ। ਇਹਨਾਂ ਵਿੱਚੋਂ ਪਰਮਾਨੈਂਟਲੀ, ਸਦਾ ਲਈ ਕੁਝ ਵੀ ਤੇਰਾ ਨਹੀਂ ਹੈ, ਕੁਝ ਵੀ ਇਕੱਠਿਆਂ ਚੱਲਣ ਵਾਲਾ ਨਹੀਂ ਹੈ। ਤੋ ਸਾਹਿਬ ਸਤਿਗੁਰੂ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਗਰਬ ਕਰਤ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ। ਜਿਹੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ। ਗਰਬ ਦਾ ਮਤਲਬ ਹੈ ਅਹੰਕਾਰ, ਗੁਰੂਰ, ਜਿਹਦਾ ਜ਼ਿਕਰ ਉੱਤੇ ਮਾਨ ਕਰਕੇ ਆਏ ਪਹਿਲੇ ਸ਼ਲੋਕ ਵਿੱਚ। ਸਤਿਗੁਰੂ ਕਹਿੰਦੇ ਨੇ ਗਰਬ ਕਰਤ ਹੈ ਦੇਹ। ਦੇਹ ਦਾ ਮਤਲਬ ਹੈ ਸਰੀਰ। ਸਰੀਰ ਨਾਲ ਰਿਲੇਟਡ ਚੀਜ਼ਾਂ ਜਾਂ ਸਰੀਰ, ਦੋਵਾਂ ਚੀਜ਼ਾਂ ਨੂੰ ਇੱਕ ਹੀ ਅਰਥ ਵਿੱਚ ਗੁਰਬਾਣੀ 'ਚ ਲਿਆ ਗਿਆ। ਸਰੀਰ ਹੈ ਤੇ ਸਰੀਰ 'ਚ ਤਾਕਤ ਹੈ। ਸਰੀਰ ਹੈ, ਹੁਣ ਕਿਸੇ ਨੂੰ ਇਹ ਗਰੂਰ ਥੋੜ੍ਹੀ ਹੁੰਦਾ ਵੀ ਮੇਰੇ ਕੋਲ ਨੱਕ ਹੈ, ਉਹ ਤਾਂ ਸਾਰਿਆਂ ਕੋਲ ਹੀ ਹੈ। ਕਿਸੇ ਨੂੰ ਇਹ ਗਰੂਰ ਥੋੜ੍ਹੀ ਵੀ ਮੇਰੀਆਂ 2 ਲੱਤਾਂ ਨੇ, ਤਾਂ ਸਾਰੇ। ਦੂਜਾ ਵੀ ਕਹੇਗਾ ਮੇਰੇ ਕੋਲ ਵੀ ਨੇ। ਇਸ ਸਰੀਰ ਨਾਲ ਕੁਝ ਰਿਲੇਟਡ ਹੁੰਦਾ ਐਕਸਟਰਾ। ਕਿਸੇ ਕੋਲ ਸੋਹਣਾ ਰੂਪ ਹੈ ਦੂਜੇ ਨਾਲ, ਉਹ ਫਿਰ ਕੰਪੇਅਰ ਕਰਦੇ ਹਾਂ ਅਸੀਂ। ਵੈਸੇ ਇਹ ਅਸੀਂ ਕੰਪੈਰੀਜ਼ਨ ਕਰਦੇ ਹਾਂ, ਅਸੀਂ ਇਹ ਪੈਮਾਨੇ ਮਿੱਥੇ ਨੇ। ਕੁਦਰਤ ਨੇ ਜੋ ਘੜਿਆ ਆਪਣੇ ਤਰਫੋਂ
ਖੂਬਸੂਰਤੀ ਘੜੇ। ਅਸੀਂ ਆਪਣੇ ਪੈਮਾਨੇ ਸਿਰਜੇ, ਪੈਰਾਮੀਟਰ ਸਿਰਜੇ ਵੀ ਸੋਹਣਾ ਕੌਣ ਹੋਏਗਾ। ਇਸੇ ਕਰਕੇ ਸੰਸਾਰ ਵਿੱਚ ਤਾਕਤ ਦੇ ਕੰਪੀਟੀਸ਼ਨ ਹੁੰਦੇ ਨੇ। ਦੌਲਤ ਕਿਹਦੇ ਕੋਲ ਵੱਧ ਹੈ, ਇਹਦੇ ਸਰਵੇ ਸ਼ਬਦ ਨੇ। ਖੂਬਸੂਰਤ ਕੌਣ ਹੈ, ਇਸ ਚੀਜ਼ ਦੇ ਮੁਕਾਬਲੇ ਹੁੰਦੇ ਨੇ। ਪਰ ਕਾਦਰ ਜੇ ਪਰਮੇਸ਼ਰੀ ਨਿਯਮ ਦੇ ਨਾਲ ਸੋਚਿਓ ਤੇ ਸਤਿਗੁਰੂ ਕਹਿੰਦੇ ਮੇਰੇ ਵੱਲੋਂ ਹਰ ਕੋਈ ਖੂਬਸੂਰਤ। ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾ ਨਾਰੇ। ਅਸਥਾਵਰ ਜੰਗਮ ਕੀਟ ਪਤੰਗਮ ਘਾਟ ਘਾਟ ਰਾਮ ਸਮਾਨਾ ਰੇ। ਸਤਿਗੁਰੂ ਕਹਿੰਦੇ ਤੁਸੀਂ ਆਪ ਹੀ ਮਿਥ ਲਿਆ ਵੀ ਆਹ ਬੰਦਾ ਕਰੂਪ ਹੈ, ਆਹ ਸੋਹਣਾ ਹੈ। ਨਹੀਂ, ਕੁਦਰਤ ਦੀ ਘਾੜਤ ਵਿੱਚ ਉਹ ਸਾਰੇ ਇੱਕੋ ਜਿਹੇ ਨੇ। ਇਹ ਤਾਂ ਸਾਡੇ ਮਨੁੱਖਾਂ ਦੇ ਪੈਮਾਨੇ। ਫਿਰ ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਜੀ ਦਾ ਮਤਲਬ ਹੈ ਤੁਸੀਂ ਕਰੂਪਤਾ ਤੇ ਸੁੰਦਰਤਾ ਦੋਵਾਂ ਨੂੰ ਨਹੀਂ ਮੰਨਦੇ? ਸਤਿਗੁਰੂ ਕਹਿੰਦੇ ਮੰਨਦਾ, ਪਰ ਮੈਂ ਫਿਜ਼ੀਕਲੀ ਸਰੀਰ ਦੀ ਕਰੂਪਤਾ ਤੇ ਸੁੰਦਰਤਾ ਨਾਲੋਂ ਕਰਮ ਤੇ ਵਿਹਾਰ ਦੀ ਕਰੂਪਤਾ ਤੇ ਸੁੰਦਰਤਾ ਨੂੰ ਮੰਨਦਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ, ਹਰ ਤਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਸਰੀਰ ਨਾਲ, ਬੋਡੀ ਨਾਲ, ਜੀਵਨ ਨਾਲ, ਲਾਈਫ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ, ਅਕਲ ਹੋ ਗਈ, ਬੁੱਧੀ ਕਿਸੇ ਦੀ ਤੇਜ਼ ਹੈ, ਕਿਸੇ ਦੀ ਨਹੀਂ। ਕਿਸੇ ਕੋਲ ਸੋਹਣਾ ਰੂਪ ਹੈ, ਕਿਸੇ ਕੋਲ ਘੱਟ ਹੈ। ਕਿਸੇ ਕੋਲ ਦੌਲਤ ਹੈ, ਕਿਸੇ ਕੋਲ ਨਹੀਂ। ਕਿਸੇ ਕੋਲ ਉੱਚੀ ਪਦਵੀ ਹੈ, ਕਿਸੇ ਕੋਲ ਛੋਟੀ ਹੈ। ਇਤਿਆਦਿਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਜੀਵਨ ਨਾਲ, ਸਰੀਰ ਨਾਲ ਰਿਲੇਟਡ। ਕਿਸੇ ਕੋਲ ਤਾਕਤ ਵੱਧ ਹੈ, ਕਿਸੇ ਕੋਲ ਘੱਟ ਹੈ। ਹੁਣ ਜਿਹਦੇ ਕੋਲ ਜੋ ਵੀ ਐਕਸਟਰਾ ਦੂਜੇ ਨਾਲੋਂ, ਮਹਾਰਾਜ ਕਹਿੰਦੇ ਜੋ ਇਸ ਗੱਲ ਦੀ ਈਗੋ ਕਰੇ ਵੀ ਮੈਂ ਇਹਦੇ ਨਾਲੋਂ ਸੁਪਰੀਮ ਹਾਂ, ਮੈਂ ਇਹਦੇ ਨਾਲੋਂ ਵੱਖਰਾ ਹਾਂ, ਤਾਂ ਸਤਿਗੁਰੂ ਕਹਿੰਦੇ ਉਹ ਜਿਹੜਾ ਗੁਰੂਰ ਉਹਨੂੰ ਕੁਰਾਏ ਪਾ ਦੇਗਾ। ਉਹ ਪ੍ਰਾਊਡ ਕਰ ਸਕਦਾ ਕਿ ਅਕਾਲ ਪੁਰਖ ਦੀ ਮੇਰੇ ਤੇ ਬਖਸ਼ਿਸ਼ ਹੈ, ਮੈਨੂੰ ਅੱਜ ਦਾਤ ਮਿਲੀ। ਜੇ ਤਾਂ ਉਹ ਇਵੇਂ ਸਮਝਦਾ ਤੇ ਉਹ ਜੀਵਨ ਵਿੱਚ, ਉਹ ਆਪਣੀ ਲਾਈਫ ਦੇ ਵਿੱਚ ਕਦੇ ਨਾ ਡਿਸਟਰਬ ਹੋਏਗਾ ਤੇ ਨਾ ਕਿਸੇ ਨੂੰ ਕਰੇ। ਪਰ ਜੇ ਉਹਦੇ ਦਿਮਾਗ ਵਿੱਚ ਐਰਰ ਆ ਗਿਆ ਵੀ ਮੈਂ, ਈਗੋ ਆ ਗਈ ਵੀ ਮੈਂ ਇਹਦੇ ਨਾਲੋਂ ਐਕਸਟਰਾ ਰਿਸਪੈਕਟ ਦਾ ਪਾਤਰ ਹਾਂ, ਮੈਂ ਇਹਦੇ ਨਾਲੋਂ ਉੱਚਾ ਹਾਂ, ਤਾਂ ਸਤਿਗੁਰੂ ਆਖਦੇ ਨੇ ਇਹ ਈਗੋ, ਇਹ ਹਉਮੈ ਉਸ ਨੂੰ ਵੀ ਕੁਰਾਏ ਪਾਏਗੀ ਤੇ ਦੂਜੀ ਦੀ ਲਾਈਫ ਨੂੰ ਵੀ ਡਿਸਟਰਬ ਕਰੇਗੀ। ਜਿਵੇਂ ਮੇਰੇ ਕੋਲ ਦੂਜੇ ਨਾਲੋਂ ਕੋਈ ਚੀਜ਼ ਐਕਸਟਰਾ ਹੈ ਤਾਂ ਮੈਂ ਉਸ ਨੂੰ ਮਾਣ ਸਕਦਾ, ਪਰ ਮੈਨੂੰ ਕੀ ਇਹ ਹੱਕ ਹੈ ਕਿ ਮੈਂ ਦੂਜੇ ਨੂੰ ਉਸ ਚੀਜ਼ ਨੂੰ ਲੈ ਕੇ ਡਿਸਟਰਬ ਕਰਾਂ ਕਿ ਤੂੰ ਘਟੀਆ ਹੈ, ਤੂੰ ਨੀਵਾਂ ਹੈ, ਤੇਰੇ ਕੋਲ ਹੈ ਨਹੀਂ। ਜਦੋਂ ਮੈਂ ਉਹਦੀ ਲਾਈਫ 'ਚ ਇੰਟਰਫੇਰੈਂਸ ਕਰਾਂਗਾ ਈਗੋ ਕਰਕੇ, ਹਉਮੈ ਕਰਕੇ, ਉੱਥੇ ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਤੇਰੇ ਕੋਲ ਚੀਜ਼ ਤੇ ਐਕਸਟਰਾ ਪਰ ਤੂੰ ਸਿੱਖ ਹੈ, ਤੂੰ ਬਿਮਾਰ ਹੈ। ਇਹ ਤੈਨੂੰ ਵਰਤਣ ਲਈ ਮਿਲੀ ਹੈ, ਨਾ ਕਿ ਦੂਜੇ ਨੂੰ ਡਿਸਟਰਬ ਕਰਨ ਲਈ ਮਿਲੀ ਹੈ। ਦੂਜੇ ਨੂੰ ਡਿਸਟਰਬ ਕਰਨ ਲਈ ਨਹੀਂ ਮਿਲੀ। ਤੁਸੀਂ ਸਫ਼ਰ ਕਰਦੇ ਹੋ, ਤੁਸੀਂ ਆਪਣੇ ਫੋਨ ਤੇ ਜਿਹੜੇ ਕੁਝ ਸੁਣਨਾ ਚਾਹੁੰਦੇ ਹੋ, ਕੋਈ ਵੀਡੀਓ ਸੁਣਦੇ ਹੋ, ਆਡੀਓ ਸੁਣਦੇ ਹੋ, ਹੈੱਡਫੋਨ ਨਹੀਂ ਲਾਉਂਦੇ। ਤੁਹਾਡੇ ਨਾਲ ਦੀ ਸੀਟ ਵਾਲਾ ਬੰਦਾ ਕਹਿ ਦਿੰਦਾ ਨੇ ਤੁਸੀਂ ਮੈਨੂੰ ਡਿਸਟਰਬ ਨਹੀਂ ਕਰ ਸਕਦੇ। ਤੁਸੀਂ ਉਹਨੂੰ ਕਹੋ ਕਿ ਮੇਰੇ ਕੋਲ ਲੇਟੈਸਟ ਫੋਨ ਹੈ, ਜਿਹੜਾ ਸਭ ਤੋਂ ਲੇਟੈਸਟ ਹੈ, ਮਹਿੰਗਾ। ਉਹ ਕਹੇਗਾ ਹੋਏਗਾ। ਤੁਸੀਂ ਉਹਨੂੰ ਕਹੋ ਵੀ ਤੇਰੇ ਕੋਲ ਸਸਤਾ ਹੈ, ਮੇਰੇ ਕੋਲ ਮਹਿੰਗਾ ਫੋਨ, ਇਸ ਕਰਕੇ ਮੈਂ ਉੱਚੀ ਆਵਾਜ਼ ਵਿੱਚ ਸੁਣ ਸਕਦਾ, ਇਹਦੀ ਵੋਲਿਊਮ ਵਧਾ ਕੇ ਸੁਣ ਸਕਦਾ, ਮੈਂ ਹੈੱਡਫੋਨ ਨਾ ਵੀ ਲਾਵਾਂ ਤਾਂ ਵੀ ਕੋਈ ਨਹੀਂ ਕਿਉਂਕਿ ਮੇਰੇ ਕੋਲ ਮਹਿੰਗਾ ਹੈ। ਉਹ ਕਹੇਗਾ ਸੋ ਵਟ, ਫਿਰ ਕੀ ਹੋਇਆ? ਜੇ ਮੇਰੇ ਕੋਲ ਸਸਤਾ ਫੋਨ ਹੈ ਤੂੰ ਮੈਨੂੰ ਡਿਸਟਰਬ ਕਰੇਗਾ? ਆਪਣੇ ਹੈੱਡਫੋਨ ਯੂਜ਼ ਕਰ। ਮੈਂ ਨਹੀਂ ਕੁਝ ਸੁਣਨਾ ਚਾਹੁੰਦਾ ਜਾਂ ਮੈਂ ਕੁਝ ਆਪਣਾ ਸੁਣਨਾ ਚਾਹੁੰਦਾ, ਤੇਰੇ ਕੋਲ ਮਹਿੰਗਾ ਹੈ, ਮੇਰੇ ਕੋਲ ਸਸਤਾ ਹੈ, ਪਰ ਇਹਦਾ ਮਤਲਬ ਇਹ ਨਹੀਂ ਤੂੰ ਮੇਰੀ ਲਾਈਫ 'ਚ ਇੰਟਰਫੇਰੈਂਸ ਕਰੇ। ਇੱਕ ਫੋਰ ਐਗਜ਼ਾਮਪਲ, ਇੱਕ ਉਦਾਹਰਣ ਹੈ। ਇਸੇ ਤਰ੍ਹਾਂ ਹੀ ਲਾਈਫ ਹੈ। ਤੁਹਾਡੇ ਕੋਲ ਦੂਜੇ ਨਾਲੋਂ ਕੁਝ ਵੱਡਾ ਹੈ, ਕੁਝ ਵਧੀਆ ਹੈ, ਕੁਝ ਉੱਚਾ ਹੈ, ਕੁਝ ਚੰਗਾ ਹੈ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਈਗੋ ਵਸ ਉਹਦੀ ਲਾਈਫ ਵਿੱਚ ਇੰਟਰਫੇਰੈਂਸ ਕਰੋ। ਤੁਹਾਨੂੰ ਆਪਣਾ ਵਰਤਣ ਦਾ ਹੱਕ ਹੈ, ਅਧਿਕਾਰ ਹੈ। ਇਸੇ ਨੂੰ ਗੁਰੂ ਸਾਹਿਬ ਕਹਿੰਦੇ ਨੇ ਵੀ ਗਰਬ ਕਰਤ ਹੈ ਦੇਹ ਕੋ, ਪਰ ਜਿਹੜੀ ਚੀਜ਼ ਦਾ ਤੂੰ ਗੁਰੂਰ ਕਰਦਾ ਹੈ ਨਾ, ਬਿਨ ਸਹਿ ਛਿਨ ਮੈਂ ਮੀਤ, ਯਾਦ ਰੱਖੇ ਵੀ ਪਰਮਾਨੈਂਟਲੀ ਨਹੀਂ ਹੈ। ਅੱਜ ਤੇਰੇ ਕੋਲ ਲੇਟੈਸਟ ਹੈ, ਕੱਲ ਦੂਜੇ ਕੋਲ ਹੋ ਸਕਦਾ। ਜੇ ਉਹ ਤੈਨੂੰ ਡਿਸਟਰਬ ਕਰੇ, ਤੂੰ ਕਿਵੇਂ ਮਹਿਸੂਸ ਕਰੇ, ਕਿਵੇਂ ਫੀਲ ਕਰੇਗਾ?
ਇਹ ਥੋੜੀ ਵੀ ਅੱਜ ਤੇਰੇ ਕੋਲ ਵਧੀਆ, ਜੋ ਤੇਰੇ ਕੋਲ ਹੈ ਸਦਾ ਇਸ ਤਰ੍ਹਾਂ ਹੀ ਰਹੇਗਾ। ਨਹੀਂ, ਇਹ ਘੱਟ ਵੀ ਹੋ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਕੱਲ ਨੂੰ। ਇਹ ਸੋਚ ਕੇ ਚੱਲ, ਵਿਹਾਰ ਐਵੇਂ ਦਾ ਕਰ ਵੀ ਜਿਵੇਂ ਮੇਰੇ ਕੋਲ ਦੂਜੇ ਨਾਲੋਂ ਥੋੜਾ। ਇਸੇ ਕਰਕੇ ਸਾਡੇ ਬਜ਼ੁਰਗ ਕਹਿੰਦੇ ਸਨ, ਉਹਨਾਂ ਦੇ ਜੀਵਨ ਦੇ ਤਜਰਬੇ ਸਨ। ਉਹ ਕਹਿੰਦੇ ਸਨ ਵੀ ਜਦੋਂ ਕੁਝ ਨਹੀਂ ਹੈ ਇਸ ਤਰ੍ਹਾਂ ਜੀਵੋ ਵੀ ਸਭ ਕੁਝ ਹੈ, ਤੇ ਜਦੋਂ ਕੁਝ ਬਹੁਤ ਹੈ ਇਵੇਂ ਜੀਵੋ ਵੀ ਤੁਹਾਡੇ ਕੋਲ ਥੋੜਾ ਹੈ। ਆਪਣੇ ਆਪ ਨੂੰ ਇੱਕ ਦਾਇਰੇ ਵਿੱਚ, ਮਰਿਆਦਾ 'ਚ ਬੰਨ੍ਹ ਕੇ ਰੱਖੋ, ਇੱਕ ਲਿਮਟ ਵਿੱਚ ਰੱਖੋ, ਤਾਂ ਕਿ ਅਸੀਂ ਇਨਸਾਨ ਬਣੇ ਰਹਿ ਸਕੀਏ। ਸਤਿਗੁਰੂ ਮਹਾਰਾਜ ਇਸੇ ਨੂੰ ਕਹਿੰਦੇ ਨੇ, ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ। ਇਸ ਜਗਤ ਵਿੱਚ ਮੋਹ ਈਗੋ ਨੂੰ ਉਸਨੇ ਜਿੱਤਿਆ ਹੈ ਜਿਸਨੇ ਹਰ ਜਸ ਕਹਿਓ। ਹਰੀ ਪਰਮੇਸ਼ਰ ਅਕਾਲ ਪੁਰਖ ਦੇ ਗੁਣਾਂ ਦਾ ਚੇਤਾ ਕੀਤਾ, ਜਿਸ ਨੇ ਰੱਬ ਦੀ ਸਮਰੱਥਾ ਤੇ ਯਕੀਨ ਕੀਤਾ, ਜਿਸ ਨੇ ਉਹਦੇ ਹੁਕਮ ਤੇ ਭਰੋਸਾ ਕੀਤਾ, ਜਿਸ ਨੇ ਇਸ ਗੱਲ ਨੂੰ ਸਮਝ ਲਿਆ ਹੈ ਕਿ ਜਗਤ ਵਿੱਚ ਕੋਈ ਚੀਜ਼ ਪਰਮਾਨੈਂਟਲੀ ਨਹੀਂ ਹੈ, ਇਹ ਬਦਲਦੀ ਹੈ। ਇਹ ਰਿਲੇਸ਼ਨ ਟੁੱਟਦੇ ਨੇ, ਹਰ ਚੀਜ਼ ਇੱਕ ਦੂਜੇ ਨਾਲੋਂ ਵੱਖਰੀ ਹੋ ਜਾਂਦੀ। ਪਦਾਰਥ ਔਰ ਪਦਾਰਥ ਦੇ ਉੱਤੇ ਕੰਟਰੋਲ ਕਰਨ ਵਾਲਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਅਗਲੇ ਸ਼ਲੋਕ ਵਿੱਚ, ਜਿਹੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੇ ਘਟ ਤੋਂ ਭਾਵ ਹੈ ਹਿਰਦਾ, ਤੁਹਾਡਾ ਮਨ, ਤੁਹਾਡੀ ਸੁਰਤ, ਤੁਹਾਡਾ ਹਿਰਦਾ, ਤੁਹਾਡਾ ਅੰਤਰਾਤਮਾ। ਸਤਿਗੁਰੂ ਕਹਿੰਦੇ ਜੇ ਘਟ ਜਿਸ ਦੇ ਹਿਰਦੇ ਵਿੱਚ, ਜਿਸ ਦੀ ਸੁਰਤ ਵਿੱਚ, ਜਿਸ ਦੇ ਅੰਤਰਾਤਮੇ ਵਿੱਚ ਸਿਮਰਨ ਰਾਮ ਕੋ, ਸਿਮਰਨ ਦਾ ਮਤਲਬ ਸਮਰਨ ਕਰਨਾ, ਯਾਦ ਕਰਨਾ, ਜਿਸ ਨੂੰ ਇਹ ਬਾਰ-ਬਾਰ, ਜਿਸ ਦੇ ਮਾਈਂਡ 'ਚ ਹੈ, ਔਰ ਜਿਹੜੀ ਚੀਜ਼ ਬਾਰ-ਬਾਰ ਸਾਡੇ ਮਾਈਂਡ 'ਚ ਆਵੇ ਆਪਾਂ ਨੂੰ ਕਹਿੰਦੇ ਰਿਮਾਈਂਡ, ਯਾਦਾਸ਼ਤ, ਚੇਤੇ ਵਿੱਚ ਰਹਿਣਾ। ਮਹਾਰਾਜ ਕਹਿੰਦੇ ਜੇ ਘਟ ਸਿਮਰਨ ਰਾਮ ਕੋ, ਜੋ ਸਭਨਾ ਵਿੱਚ ਵਿਆਪਕ ਹੈ, ਉਹ ਪਰਮੇਸ਼ਰ ਜਿਸ ਦਾ ਹੁਕਮ, ਜਿਸ ਦੀ ਰਜ਼ਾ, ਜਿਸ ਦਾ ਭਾਣਾ ਸਾਰਿਆਂ ਉੱਤੇ ਚੱਲ ਰਿਹਾ, ਉਹ ਜਿਸ ਦੇ ਚੇਤੇ ਵਿੱਚ ਹੈ ਨਾ, ਮਹਾਰਾਜ ਕਹਿੰਦੇ ਨੇ ਸੋ ਨਰ ਮੁਕਤਾ ਜਾਨ। ਉਹ ਮੁਕਤ ਹੈ, ਉਹ ਮੁਕਤ ਹੈ। ਕਿਸ ਚੀਜ਼ ਤੋਂ ਮੁਕਤ ਹੈ? ਸਤਿਗੁਰੂ ਆਖਦੇ ਉਹ ਈਗੋ ਤੋਂ ਮੁਕਤ ਹੈ। ਉਹਦੇ ਕੋਲ ਫਿਰ ਕੁਝ ਵੀ ਹੋਵੇ ਹਉਮੈ ਨਹੀਂ ਹੁੰਦੀ, ਕੁਝ ਵੀ ਹੋਵੇ ਉਹ ਮੋਹ ਵਸ ਗਰਕਦਾ ਨਹੀਂ। ਸਤਿਗੁਰੂ ਆਖਦੇ ਨੇ ਤੇਹ ਨਰ ਹਰ ਅੰਤਰ ਨਹੀਂ। ਉਸ ਵਿੱਚ ਤੇ ਹਰੀ ਪਰਮੇਸ਼ਰ ਰੱਬ ਜਿਸ ਦਾ ਉਹ ਸਮਰਨ ਕਰਦਾ ਹੈ, ਜਿਸ ਨੂੰ ਉਹ ਚੇਤੇ ਰੱਖਦਾ ਹੈ, ਜਿਸ ਨੂੰ ਯਾਦਾਸ਼ਤ ਵਿੱਚ ਵਸਾਉਂਦਾ ਹੈ, ਉਹਦੇ 'ਚ ਕੋਈ ਭੇਦ ਨਹੀਂ ਰਹਿ ਜਾਂਦਾ। ਨਾਨਕ ਸਾਚੀ ਜਾਨ, ਮੇਰੀ ਇਸ ਗੱਲ ਨੂੰ ਸੱਚੀ ਸਮਝ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਉਹਦੇ ਵਿੱਚ ਤੇ ਯਾਦ, ਜਿਹੜਾ ਯਾਦ ਕਰਨ ਵਾਲਾ ਹੈ ਤੇ ਜਿਸ ਨੂੰ ਯਾਦ ਕੀਤਾ ਜਾਂਦਾ ਉਹ ਇੱਕ ਸੁਰ ਹੋ ਜਾਂਦਾ। ਮਾਨਸਿਕ ਤੌਰ ਤੇ ਉਹ ਪਰਮੇਸ਼ਰ ਨਾਲ ਸਦਾ ਹੀ ਜੁੜਿਆ ਰਹਿੰਦਾ, ਉਸ ਤੋਂ ਕਦੇ ਟੁੱਟਦਾ ਨਹੀਂ, ਦੂਰ ਨਹੀਂ ਹੁੰਦਾ। ਮਹਾਰਾਜ ਇਸ ਤੋਂ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨ। ਹੁਣ ਸਤਿਗੁਰੂ ਮਹਾਰਾਜ ਨੇ ਇਸ ਸ਼ਲੋਕ ਵਿੱਚ ਕਿਹਾ ਏਕ ਭਗਤ ਭਗਵਾਨ। ਭਗਤ ਦਾ ਮਤਲਬ ਹੈ ਗੁਣਾਂ ਨੂੰ ਕਮਾਉਣਾ। ਭਗਤੀ ਤੋਂ ਭਾਵ ਕੀ ਹੈ? ਉਪਾਸਨਾ ਕਰਨੀ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਾਵ ਉਸ ਨੂੰ ਆਪਣਾ ਆਈਡੀਅਲ ਮੰਨ ਕੇ, ਕਿਸੇ ਨੂੰ ਆਈਡੀਅਲ ਮੰਨ ਕੇ ਉਸ ਦੇ ਗੁਣਾਂ ਨੂੰ, ਉਸ ਦੀਆਂ ਖੂਬੀਆਂ ਨੂੰ, ਉਸ ਦੀਆਂ ਸਿਫਤਾਂ ਨੂੰ ਆਪਣੇ ਜ਼ਿਹਨ ਯਾਦ ਵਿੱਚ ਵਸਾ ਕੇ ਉਹੋ ਜਿਹਾ ਬਿਹੇਵ ਕਰਨਾ। ਆਪਾਂ ਵੇਖਦੇ ਹਾਂ ਸੰਸਾਰ ਵਿੱਚ ਹੁਣ ਸਿੱਖ ਵਾਸਤੇ ਆਈਡੀਅਲ ਕੌਣ ਹੈ? ਜਦੋਂ ਮੈਂ ਇਹ ਕਹਾਂ ਨਾ ਵੀ ਮੈਂ ਸਿੱਖ ਹਾਂ, ਤੇ ਇਹਦਾ ਮਤਲਬ ਹੁੰਦਾ ਵੀ ਮੇਰਾ ਇੱਕ ਖਾਸ ਪਰਪਜ, ਮੇਰੀ ਵੇ ਆਫ ਲਾਈਫ ਕਿਹੋ ਜਿਹੀ ਹੋਏਗੀ? ਮੇਰਾ ਆਈਡੀਅਲ ਗੁਰੂ ਹੋਏਗਾ, ਫਿਰ ਹੀ ਮੈਂ ਸਿੱਖ ਹੋਇਆ। ਮੇਰਾ ਆਈਡੀਅਲ ਗੁਰੂ ਹੈ, ਤੇ ਮੈਂ ਫਿਰ ਸੇਧ ਕਿਹਦੇ ਤੋਂ ਲਵਾਂਗਾ? ਸਿੱਖਾਂਗਾ ਕਿਹਦੇ ਕੋਲੋਂ?
ਮੇਰੇ ਸਾਹਮਣੇ ਮਾਡਲ ਕੀ ਹੋਏਗਾ? ਮੇਰੇ ਸਾਹਮਣੇ ਮਾਡਲ ਹੋਏਗਾ ਮੇਰਾ ਗੁਰੂ। ਤੇ ਉਸੇ ਤੋਂ ਹੀ ਪ੍ਰਭਾਵਿਤ ਹੋ ਕੇ ਜੋ ਮੈਂ ਜੀਣਾ ਹੈ ਉਹਦੇ ਵੱਲ ਵੇਖ ਕੇ ਜੀਣਾ, ਜਿਹੋ ਜਿਹਾ ਮੈਂ ਬਣਨਾ ਹੈ ਉਹੋ ਜਿਹਾ ਬਣਨਾ ਹੈ। ਤਾਂ ਉਹ ਸਾਰਾ ਜਿਹੜਾ ਪ੍ਰੋਸੈਸ ਫਿਰ ਮੈਂ ਕਰਨਾ ਉਹਨੂੰ ਭਗਤੀ ਕਿਹਾ ਜਾਂਦਾ ਹੈ, ਇਬਾਦਤ। ਇਸ ਲਈ ਸਤਿਗੁਰੂ ਆਖਦੇ ਨੇ, ਏਕ ਭਗਤ ਭਗਵਾਨ। ਜਿਹਦੇ ਜੀਵਨ 'ਚ ਐਸਾ ਨਹੀਂ ਹੈ, ਭਗਵਾਨ ਸ੍ਰਿਸ਼ਟੀ ਦੇ ਸਿਰਜਣਹਾਰ ਮਾਲਕ ਪਰਮੇਸ਼ਰ ਸੱਚ, ਉਹਦੀ ਭਗਤੀ ਨਹੀਂ ਹੈ ਜਿਸ ਦੇ ਜੀਵਨ ਵਿੱਚ, ਉਹ ਜਿਹੜਾ ਇਸ ਪ੍ਰੋਸੈਸ ਵਿੱਚ ਹੀ ਨਹੀਂ ਪਿਆ। ਮਹਾਰਾਜ ਕਹਿੰਦੇ ਨੇ, ਜੇ ਪ੍ਰਾਨੀ ਕੈ ਨਾਹਿ ਮਨ, ਜਿਸ ਦੇ ਮਨ ਵਿੱਚ ਹੀ ਨਹੀਂ, ਖਿਆਲ ਹੀ ਨਹੀਂ ਆਉਂਦਾ ਕਦੇ ਜਿਸ ਦੇ ਮਨ ਵਿੱਚ ਵੀ ਐਸਾ ਵੀ ਕਰਨਾ ਚਾਹੀਦਾ, ਇੰਨਾ ਉਹ ਮਨੁੱਖ ਟੁੱਟਿਆ ਹੋਇਆ ਇਸ ਚੀਜ਼ ਨਾਲੋਂ। ਉਹ ਕਿਹੋ ਜਿਹਾ? ਮਹਾਰਾਜ ਕਹਿੰਦੇ ਨੇ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹਿ ਤਨ। ਤਨ ਦਾ ਮਤਲਬ ਹੈ ਸਰੀਰ, ਵਜੂਦ, ਲਾਈਫ। ਉਸ ਦੀ ਲਾਈਫ, ਉਸ ਦੀ ਤਰਜ਼ੇ ਜ਼ਿੰਦਗੀ, ਉਸ ਦਾ ਵੇ ਆਫ ਲਾਈਫ, ਉਸ ਦਾ ਵਿਹਾਰ, ਉਸ ਦਾ ਬਿਹੇਵ ਕਿਹੋ ਜਿਹਾ ਹੌਲੀ ਹੌਲੀ ਬਣ ਜਾਂਦਾ। ਦੋ ਐਗਜ਼ੈਂਪਲਸ, ਦੋ ਚੀਜ਼ਾਂ ਦੀ ਉਦਾਹਰਣ ਗੁਰੂ ਸਾਹਿਬ ਨੇ ਦਿੱਤੀ। ਮਹਾਰਾਜ ਕਹਿੰਦੇ, ਜੈਸੇ ਸੂਕਰ ਸਵਾਨ। ਸੂਕਰ ਕਹਿੰਦੇ ਹਨ ਸੂਰ ਨੂੰ, ਤੇ ਸਵਾਨ ਕਹਿੰਦੇ ਹਨ ਕੁੱਤੇ ਨੂੰ। ਹੁਣ ਇਹ ਗੁਰੂ ਸਾਹਿਬ ਮਹਾਰਾਜ ਕੋਈ ਐਸਾ ਕੋਈ ਜਿਸ ਨੂੰ ਲੋਕ ਕਹਿ ਦਿੰਦੇ ਨਾ ਵੀ ਕੋਈ ਸ਼ਰਾਪ ਵਰਗਾ ਇਹ ਬਚਨ ਨਹੀਂ ਹੈ, ਇਹ ਭੁਲੇਖੇ 'ਚ ਨਾ ਰਹੀਏ ਅਸੀਂ। ਇਹ ਸਤਿਗੁਰੂ ਕੰਪੇਅਰ ਕਰ ਰਹੇ ਨੇ ਸਾਨੂੰ। ਇਹਨੂੰ ਕਹਿੰਦੇ ਨੇ ਕਿਸੇ ਦੇ ਵਿਹਾਰ ਨੂੰ ਵੇਖ ਕੇ ਕੰਪੇਅਰ ਕਰਨਾ। ਅਸੀਂ ਆਪਣੀ ਆਮ ਬੋਲਚਾਲ ਵਿੱਚ ਅਕਸਰ ਹੀ ਕਰਦੇ ਹਾਂ। ਸੂਕਰ, ਸੂਰ। ਸੂਰ ਦੀ ਉਦਾਹਰਣ ਗੁਰਬਾਣੀ ਤੋਂ ਕਿਸ ਪੱਖ ਤੋਂ ਲਈ ਗਈ ਹੈ? ਗੁਰਬਾਣੀ ਵਿੱਚ ਉਹ ਗੰਦਗੀ ਵਿੱਚ ਮੂੰਹ ਮਾਰਦਾ, ਗੰਦਗੀ ਖਾਂਦਾ। ਤੇ ਕੁੱਤੇ ਦੀ ਉਦਾਹਰਣ ਲਈ ਗਈ ਹੈ, ਉਹ ਭਾਵੇਂ ਮਾਲਕ ਨੇ ਉਹਨੂੰ ਕਿੰਨਾ ਚਿਰ ਪਾਲਿਆ ਹੋਵੇ, ਪਰ ਜੋ ਹੜਕ ਜਾਏ, ਉਹਨੂੰ ਰੋਗ ਹੋ ਜਾਏ, ਤੇ ਉਹ ਆਪਣੇ ਮਾਲਕ ਨੂੰ, ਸਭ ਪਰਿਵਾਰ ਨੂੰ ਸਭ ਤੋਂ ਪਹਿਲਾਂ ਵੱਢੇਗਾ। ਜੇ ਉਹਨੂੰ ਬਿਮਾਰੀ ਹੋ ਜਾਏ, ਜਿਹਨੂੰ ਆਪਾਂ ਹੜਕਾਅ ਦਾ ਰੋਗ ਕਹਿੰਦੇ, ਇਫੈਕਟਡ ਹੋ ਜਾਏ, ਫਿਰ ਉਹਨੂੰ ਪਛਾਣ ਭੁੱਲ ਜਾਂਦੀ ਹੈ। ਤਾਂ ਫਿਰ ਉਹ ਜਿਸ ਨੂੰ ਵੀ ਪਿਆਰ ਕਰੇਗਾ, ਚੱਟੇਗਾ, ਵੱਢੇਗਾ, ਦੋਵਾਂ ਨੂੰ ਹੀ ਰੋਗ ਲਾਏਗਾ। ਭਾਈ ਗੁਰਦਾਸ ਇਸੇ ਕਰਕੇ ਕਹਿੰਦੇ ਨਾ ਵੀ ਐਸੇ ਕੁੱਤੇ ਨਾਲ ਪਿਆਰ ਵੀ ਮਾੜਾ ਹੁੰਦਾ ਹੈ ਤੇ ਵੈਰ ਵੀ ਮਾੜਾ ਹੁੰਦਾ। ਕੂਕਰ ਕੇ ਚਾਟਤ ਕਲੀਵਰੈ ਲਾਗੈ ਛੋਤ, ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੇ ਉਦਾਹਰਣ ਲੈਂਦੇ ਨੇ, ਇੱਕ ਉਹ ਹੈ ਜਿਹੜਾ ਹਮੇਸ਼ਾ ਬੁਰਾਈਆਂ ਫਰੋਲਦਾ, ਉਹ ਸਮਝੋ ਸੂਰ ਵਰਗਾ ਹੈ, ਗੰਦਗੀ 'ਚ ਹੀ ਮੂੰਹ ਮਾਰੇਗਾ, ਉਹਨੂੰ ਕਿਤੇ ਵੀ ਚੰਗਿਆਈ ਸੰਸਾਰ 'ਚ ਨਜ਼ਰ ਨਹੀਂ ਆਉਂਦੀ। ਉਹ ਹਮੇਸ਼ਾ ਗੰਦਗੀ ਫਰੋਲੇਗਾ, ਔਗਣਾਂ ਦੀ ਚਰਚਾ ਹੀ ਕਰੇਗਾ, ਔਗਣ ਹੀ ਇਕੱਠੇ ਕਰੇਗਾ, ਔਗਣ ਹੀ ਲੱਭਦਾ ਰਹੇਗਾ ਕੀ ਲੱਭ ਰਿਹਾ। ਤੇ ਦੂਜਾ ਹੈ ਕੂਕਰ ਦੀ ਨਿਆਈ, ਜਿਹੜਾ ਲੋਭੀ ਹੈ, ਇਫੈਕਟਡ ਹੈ, ਸਵਾਰਥੀ ਹੈ। ਇੰਨਾ ਉਹਦੇ ਅੰਦਰ ਗਰੀਡ ਹੈ, ਇੰਨਾ ਲੋਭ ਹੈ ਉਹਦੇ ਅੰਦਰ ਵੀ ਉਹ ਜਿਹੜਾ ਉਹਦੇ ਰਿਲੇਸ਼ਨ 'ਚ ਆਉਂਦਾ ਨਾ, ਜਿਹੜਾ ਵੀ, ਭਾਵੇਂ ਉਹਦਾ ਮਿੱਤਰ ਹੋਵੇ ਤੇ ਭਾਵੇਂ ਦੁਸ਼ਮਣ, ਉਹਨੇ ਉਹਨੂੰ ਸ਼ਿਕਾਰ ਕਰ ਹੀ ਲੈਣਾ। ਉਸੇ ਨੂੰ ਹੀ ਬੇਵਕੂਫ ਬਣਾਏਗਾ, ਲੁੱਟੇਗਾ, ਠੱਗੇਗਾ, ਚੋਰੀ ਚਕਾਰੀ, ਜਾਨੀ ਕਿ ਉਹਦਾ ਏਮ ਹੀ ਹੋਰ ਹੈ। ਉਹਦਾ ਰਿਸ਼ਤਾ ਕਿਸੇ ਨਾਲ ਕੋਈ ਵੀ ਨਹੀਂ, ਉਹ ਰਿਸ਼ਤੇ 'ਚ ਜੋੜਦਾ ਵੀ ਹੈ ਤੇ ਉਹਦਾ ਮਕਸਦ ਪਿੱਛੇ ਹੋਰ ਹੈ। ਸਤਿਗੁਰੂ ਕਹਿੰਦੇ ਨੇ ਉਹ ਫਿਰ ਐਸੇ ਵਿਹਾਰ ਦਾ, ਐਸੇ ਜੀਵਨ ਦਾ ਧਾਰਨੀ ਹੋ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਜੀ ਦੇ 4 ਸ਼ਲੋਕ ਆਪਾਂ ਵਿਚਾਰਨ ਦਾ ਯਤਨ ਕੀਤਾ। ਅਗਲੇਰੇ ਸ਼ਲੋਕ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਾਂਝੇ ਕਰਨ ਦਾ ਯਤਨ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।